chapter capacitance. But before starting the chapter, we will discuss about the general materials that are used in capacitor. Okay, capacitor ਕਿਹੜੇ materials ਆ ਜਿਨ੍ਹਾਂ ਨੂੰ ਆਪਾਂ use ਕਰਨਾ ਹੈ, ਉਸ ਚੀਜ਼ ਦੀ knowledge ਲਈ ਜੇ ਆਪਾਂ ਪਹਿਲਾਂ material ਨੂੰ categorize ਕਰਾਂਗੇ two types ਦੇ ਵਿੱਚ. The one is conductors, second is insulators. Conductors, insulators. Conductors are materials which can conduct. And insulators are materials which cannot, ਜਿਹੜੇ ਤਾਂ ਇਲੈਕਟ੍ਰਿਸਿਟੀ ਕੰਡਕਟ ਕਰ ਸਕਦੇ ਆ ਉਹਨਾਂ ਨੂੰ ਆਪਾਂ ਕਹਿ ਦਿੰਦੇ ਕੰਡਕਟਰਸ ਹੈ. ਜਿਹੜੇ ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰ ਸਕਦੇ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ ਇਨਸੂਲੇਟਰਸ ਹੈ. ਇੱਕ ਇਹਨਾਂ ਦੋਨਾਂ ਦੇ ਵਿਚਾਲੇ ਮਟੀਰੀਅਲਸ ਹੁੰਦੇ ਆ ਉਹਨਾਂ ਦਾ ਨਾਮ ਕੀ ਹੁੰਦਾ In between conductors and insulators there are one more type of materials that are called semiconductors, half conductors. So ਇਹਨਾਂ ਦੇ ਵਿਚਾਲੇ ਆ ਜਾਂਦੇ that are called semiconductors. Okay, semi means जो कंडक्ट कर सकते हैं बट इनिशियल स्टेज के ऊपर ही होंगे इंसुलेटर्स होंगे. सो अगर आप देखांगे 0 केल्विन के ऊपर दैट आर प्योर इंसुलेटर्स. बट एट द रूम टेंपरेचर जो इन्होंने एनर्जी मिल जाती है सो दे स्टार्ट कंडक्टिंग दैट आल्सो बिहेव एज अ कंडक्टर्स. ਇਹਦੇ ਵਿੱਚ ਆਪਾਂ ਨਾਰਮਲੀ ਪੜ੍ਹਦੇ ਹੁੰਦੇ ਸਿਲੀਕਨ ਜਰਮੇਨੀਅਮ. ਕੰਡਕਟਰਸ ਦੇ ਵਿੱਚ ਦੋ ਤਰ੍ਹਾਂ ਦੇ ਕੰਡਕਟਰਸ ਆ ਜਾਂਦੇ ਆ. ਦ ਵਨ ਇਜ਼ ਕਾਲਡ ਮੈਟੈਲਿਕ ਕੰਡਕਟਰਸ. जिन्नियां भी मेटल्स है उन्होंने आप मेटालिक बोलते हैं. फॉर एग्जांपल कॉपर कैन कंडक्ट और सिल्वर कैन कंडक्ट है ना. इलेक्ट्रोलिटिक ਦੇ ਵਿੱਚ ਜਨਰਲੀ ਸੋਲੂਸ਼ਨਸ ਆ ਜਾਂਦੇ ਆ ਜਿਵੇਂ ਆਪਾਂ ਸੈਲਸ ਦੇ ਵਿੱਚ ਸੋਲੂਸ਼ਨ ਪੜ੍ਹਦੇ ਆ. ਜਿਹੜਾ ਸੋਲੂਸ਼ਨ ਹੈ H2SO4 ਦਾ that is called electrolytic conductor. ਸੋ ਇਹਦੇ ਵਿੱਚ ਜਨਰਲੀ ਆਪਾਂ ਇਲੈਕਟ੍ਰੋਲਿਟਿਕ ਸੋਲੂਸ਼ਨਸ ਪੜਾਂਗੇ. ਹੁਣ ਇਹਨੂੰ ਫਰਦਰ ਆਪਾਂ ਦੋ ਪਾਰਟਸ ਡਿਵਾਈਡ ਕਰਤਾ. इंसुलेटर्स ਨੂੰ ਆਪਾਂ ਕਹਤਾ ਵੀ ਇਹ ਕੰਡਕਟ ਨਹੀਂ ਕਰਨਗੇ. ਹੁਣ ਨੈਕਸਟ ਕੁਐਸਚਨ ਇਹ ਅਰਾਈਜ਼ ਹੁੰਦਾ ਹੈ ਵੀ ਕੈਪੈਸਿਟਰ ਨੂੰ ਜਦੋਂ ਆਪਾਂ ਰੈਡੀ ਕਰਨਾ ਹੈ ਤਾਂ ਆਪਾਂ ਕਿਹੜਾ ਮਟੀਰੀਅਲ ਵਿੱਚ ਫਿਲ ਕਰਨਾ ਹੈ. ਸੋ ਉਹਦੇ ਵਾਸਤੇ ਇੱਕ ਨਵੀਂ ਟਰਮ ਆਉਂਦੀ ਹੈ ਰਾਜੇ that are called dielectrics. that are a type of insulators. ਇੱਕ ਤਰ੍ਹਾਂ ਦੇ insulators ਹੁੰਦੇ ਆ used in capacitors. Capacitors ਦੇ ਵਿੱਚ use ਹੋਣਗੇ. ਸੋ ਇਹ ਸਾਰੀਆਂ ਚੀਜ਼ਾਂ ਇਸ ਟੌਪਿਕ ਦੇ ਵਿੱਚ ਆਪਾਂ ਕਰਾਂਗੇ. ਸੋ ਦਿਸ ਇਜ਼ ਜਸਟ ਦ ਇੰਟਰੋਡਕਸ਼ਨ ਕਿ ਆਪਾਂ ਕਰ ਕੀ ਰਹੇ ਹਾਂ. ਵੀ ਆਰ ਐਕਚੁਅਲੀ ਸਟੱਡੀing ਅਬਾਊਟ ਦ ਡਾਈਇਲੈਕਟ੍ਰਿਕਸ. ਕਿ ਡਾਈਇਲੈਕਟ੍ਰਿਕ ਮਟੀਰੀਅਲਸ ਹੈ ਉਹਨੂੰ ਫਰਦਰ ਆਪਾਂ ਡਿਵਾਈਡ ਕਰਾਂਗੇ ਕਿੰਨੇ ਟਾਈਪਸ ਦੇ ਹੁੰਦੇ ਆ. ਫਿਰ ਉਹਨਾਂ ਮਟੀਰੀਅਲਸ ਨੂੰ ਆਪਾਂ ਕੈਪੈਸਿਟਰ ਜਦੋਂ ਤਿਆਰ ਕਰਾਂਗੇ ਉਹਦੇ ਵਿੱਚ ਫਿਲ ਕਰਕੇ ਫਰਦਰ ਉਹਨੂੰ ਯੂਜ਼ ਚ ਲੈ ਕਰਾਂਗੇ. ਹੇਅਰ capacitance or capacitor, that is the material, that is the device which is used to store a charge. ਆਪਾਂ ਚਾਰਜ ਨੂੰ ਕੀ ਕਰਨਾ ਹੈ ਜੀ ਸਟੋਰ ਕਰਨਾ ਹੈ. ਸੋ ਉਸ ਚਾਰਜ ਨੂੰ ਸਟੋਰ ਕਰਨ ਲਈ ਆਪਾਂ ਜਿਹੜਾ ਮਟੀਰੀਅਲ ਚੂਜ਼ ਕਰ ਰਹੇ ਹਾਂ that are dielectrics filled between the capacitors. Okay, ਹੁਣ ਜਦੋਂ ਡਾਈਇਲੈਕਟ੍ਰਿਕਸ ਆਪਾਂ ਤਿਆਰ ਕਰਦੇ ਹਾਂ ਤਾਂ ਆਪਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਆਪਾਂ ਚਾਰਜ ਨੂੰ ਕੀ ਕਰਨਾ ਹੈ ਸਟੋਰ ਕਰਨਾ ਹੈ. स्टोर ਉਹੀ ਚੀਜ਼ ਕਰ ਸਕਦੀ ਹੈ ਜਿਹੜੀ ਚਾਰਜ ਨੂੰ ਆਪਣੇ ਉੱਪਰ ਰਿਟੇਨ ਕਰਕੇ ਰੱਖ ਸਕਦੀ ਹੈ. ਡੇਲੀ ਲਾਈਫ ਦੇ ਵਿੱਚ ਆਪਾਂ ਕਿਸੇ ਪਰਸਨ ਨੂੰ ਰਿਸਪੌਂਸਿਬਿਲਟੀ ਦੇ ਦਈਏ ਕਿ ਆ ਜਿਹੜੀਆਂ ਫਾਈਲਸ ਹੈ ਇਹਨਾਂ ਨੂੰ ਸੰਭਾਲ ਕੇ ਰੱਖ ਹੈ ਨਾ. तो ਕੀ ਕਰੇ ਫਾਈਲਸ ਨੂੰ ਰੱਖ ਕੇ ਤੇ ਆਪ ਚਲਾ ਜਾਵੇ. ਇੰਪੋਰਟੈਂਟ ਫਾਈਲਸ ਹੈ ਤਾਂ ਆਪਾਂ ਉਸ ਪਰਸਨ ਨੂੰ ਰਿਸਪੌਂਸਿਬਿਲਟੀ ਦੇਵਾਂਗੇ ਫਾਈਲ ਸੰਭਾਲਣ ਦੀ ਨਹੀਂ ਦੇਵਾਂਗੇ. ਆਪਾਂ ਇਦਾਂ ਦਾ ਪਰਸਨ ਲੱਭਾਂਗੇ ਜਿਹੜਾ ਰਿਸਪੌਂਸਿਬਿਲਟੀ ਚੱਕ ਸਕਦਾ ਹੈ. ਤਾਂ ਉਹ ਰਿਸਪੌਂਸਿਬਿਲਟੀ ਆਪਾਂ ਕਿਹਨੂੰ ਦੇਣੀ ਹੈ ਡਾਈਇਲੈਕਟ੍ਰਿਕਸ ਨੂੰ ਦੇਣੀ ਹੈ. डाइइलेक्ट्रिक्स इदां दे मटीरियल है ਜਿਹੜੇ ਚਾਰਜ ਨੂੰ ਆਪਦੇ ਉੱਪਰ ਰਿਟੇਨ ਕਰ ਸਕਦੀ ਹੈ. ਕੰਡਕਟਰਸ ਨੂੰ ਆਪਾਂ ਰਿਸਪੌਂਸਿਬਿਲਟੀ ਨਹੀਂ ਦੇਵਾਂਗੇ ਖਾਸ ਕਰਕੇ ਮੈਟੈਲਿਕ ਕੰਡਕਟਰਸ ਨੂੰ. ਕਿਉਂ ਨਹੀਂ ਦੇਵਾਂਗੇ ਕਿਉਂਕਿ ਮੈਟੈਲਿਕ ਕੰਡਕਟਰਸ ਫਰਦਰ ਕੀ ਕਰਦੇ ਚਾਰਜ ਨੂੰ ਫਲੋ ਕਰਾ ਦਿੰਦੇ. so that's why we are choosing the dielectrics because they can retain the charge on it. Okay, so what is dielectric? Rubbed insulators
So this is the basic difference कि what are dielectrics and what are non-electrics. Non-electrics वो है जेडे चार्ज ਨੂੰ retain नहीं कर सकते, that retain away immediately. But dielectrics can retain the charge on it, so that's why we choose dielectric for capacitance. Next topic is dielectric materials. So further we can classify the dielectric materials into two types. The one is called polar molecules, second is called non-polar molecules. Non-polar. Firstly we will discuss about non-polar. Non-polar ਦੇ ਵਿੱਚ ਕੀ ਹੁੰਦਾ ਹੈ ਜੀ? ਜਿਹੜਾ center of gravity है. Firstly we will discuss about the term center of gravity. What is center of gravity? That is the position or point where whole weight of the body is supposed to be concentrated. वो वाला point जिथे ਆਪਾਂ पूरे ਦਾ पूरा charge ਨੂੰ concentrate ਕਰ ਰਹੇ ਹਾਂ in case of non-polar molecule. So non-polar ਦੇ ਵਿੱਚ ਕੀ ਹੁੰਦਾ ਹੈ? Center of gravity of positive and negative charge coincide with each other. That are called non-polar. And in polar molecules, center of gravity of positive and negative charges do not coincide. So that's why this is called polar molecule. So that forms a dipole. This is a dipole because negative to positive, same charge, same magnitude होगा. So polar molecule ਦੇ ਵਿੱਚ ਜਿਹੜੀ dipole ਹੁੰਦੀ ਹੈ, that is the permanent dipole. Non-polar molecule ਨੂੰ ਆਪਾਂ polar ਬਣਾ ਸਕਦੇ ਹਾਂ by external field. So ਇਹਦੇ ਵਿੱਚ ਜਿਹੜੀ dipole induce होगी, that is called induced dipole. Okay. So this is the basic difference between polar and non-polar. We can take the example of polar molecules like HCl, CH4, CO2, NH3, etc. Non-polar ਦੇ ਵਿੱਚ O2, N2, H2. The one more difference between polar and non-polar is temperature dependent. Here polarization is temperature independent, that do not depend upon the temperature changes. Temperature effect नहीं करता है, but when you करो. So these are the point of differences between polar and non-polar molecules. Here is the word polarization. Polarized करना मतलब की कर रहे हैं actually. Polar बना रहे हैं, अगर वो polar है, तब ये होगा elongation थोड़ी ज़्यादा होगी. पहला ना उसका distance n है. Polarize करांगे थोड़ा सा distance और बढ़ जाएगा. अगर अपने को नॉन पोलर है, आप पोलराइजेशन करांगे तो की बन जाएगा? पोलराइज बन जाएगा. सो पोलराइजेशन का मतलब की है जी, आप मॉलिक्यूल ले लिया, दोनों ले लेने हैं, एक आप पोलर ले लेने, एक आप नॉन पोलर आ लेने. इस साइड से आप की देती फील्ड देती, इलेक्ट्रिक फील्ड देती है. आप इलेक्ट्रिक फील्ड इस तरह जा रही, पास आउट हो रही है इन दिस डायरेक्शन. व्हाट इज द डायरेक्शन ऑफ इलेक्ट्रिक फील्ड? पॉजिटिव टू नेगेटिव. इधर की है पॉजिटिव चार्ज, इधर की है नेगेटिव चार्ज. ਜੇ ਤਾਂ ਮੋਲੀਕਿਊਲ ਰਜੇ ਨਾਨ ਪੋਲਰ ਹੈ ਤੇ ਜਦੋਂ ਆਪਾਂ ਉਹਨੂੰ ਫੀਲਡ ਦੇਵਾਂਗੇ, ਹੁਣ ਜਿਹੜਾ ਸੈਂਟਰ ਆਫ ਗ੍ਰੈਵਿਟੀ ਸ਼ਿਫਟ ਹੋਣਾ ਸ਼ੁਰੂ ਹੋਊਗਾ. ਜਿਵੇਂ ਜਿਵੇਂ ਇਲੈਕਟ੍ਰਿਕ ਫੀਲਡ ਵਧਾਉਂਦੇ ਜਾਓਗੇ, ਉਵੇਂ ਉਵੇਂ ਸੈਂਟਰ ਆਫ ਗ੍ਰੈਵਿਟੀ ਦਾ ਸ਼ਿਫਟ ਜਿਹੜਾ ਵੱਧਦਾ ਜਾਊਗਾ. ਸੋ ਜਿਹੜਾ 네ਗੇਟਿਵ ਪਾਰਟ ਹੈ that is attracted towards positive, ਤੇ ਜਿਹੜਾ ਪੋਜ਼ਿਟਿਵ ਪਾਰਟ ਹੈ that is attracted towards negative. ਸੋ ਆ ਜਿਹੜੀ ਸ਼ੇਪ ਹੈ ਕਿਹਦੇ ਵਿੱਚ ਚੇਂਜ ਹੋ ਜੂਗੀ? ਇਹਦੇ ਵਿੱਚ ਚੇਂਜ ਹੋ ਜੂਗੀ. ਸੋ ਇੱਥੇ ਜਿਹੜਾ ਨੋਨ ਪੋਲਰ ਮੋਲੀਕਿਊਲ ਹੈ ਉਹ ਕੀ ਬਣ ਗਿਆ? पोलर बन गया. बट ऑलरेडी अगर वो पोलर है तो क्या होगा? सो दैट बिकम्स लाइक दिस. ओके, एंड दिस प्रोसेस इज कॉल्ड पोलराइजेशन.
Polarization is alignment of dipole moments of permanent or induced dipoles like electric field. It's not polarization. So here, these are two plates. First, this is positively charged, and this is negative. Between the two plates, we will introduce a dielectric slab. अब एक slab assume करनी है that is made up of which type of material? Dielectrics. So ये उसी एक slab है. Molecules of dielectrics किस shape में होंगे? S shape में. ठीक है? तो अपन ये मान के चलना कि that is made up of molecules. अपन इस तरह वो line कर. External applied electric field E naught in this direction, positive to negative. When we apply external field, what will happen? होगा elongation होगी, alignment होगी, definition एक कहती है. But we have to study in this article reduction of electric field by polarization. So which process is going on? Polarization. Polarization ਦਾ ਮਤਲਬ ਕੀ ਹੈ ਕਿ ਤੁਸੀਂ ਇੱਕ ਸਲੈਬ ਲਈ ਡਾਈਲੈਕਟ੍ਰਿਕ ਸਲੈਬ ਬਿਟਵੀਨ ਦਾ ਪੈਰਲਲ ਪਲੇਟ ਕੈਪੈਸਿਟਰ ਉਹਨੂੰ ਤੁਸੀਂ ਫੀਲਡ ਦਿੱਤੀ E ਨੂੰ. ਜਦੋਂ ਤੁਸੀਂ ਫੀਲਡ ਦਿਓਗੇ ਤੇ ਜਿਹੜਾ 네ਗੇਟਿਵ ਪਾਰਟ ਹੈ ਉਹ ਕਿਸ ਸਾਈਡ ਸ਼ਿਫਟ ਹੋਣਾ ਸ਼ੁਰੂ ਹੋ ਜਾਊਗਾ? ਲੈਫਟ ਸਾਈਡ ਔਰ ਪੋਜ਼ਿਟਿਵ ਪਾਰਟ ਵਿਲ ਸ਼ਿਫਟ ਟੁਵਰਡਸ ਰਾਈਟ ਸਾਈਡ. ਸੋ ਦਿਸ ਇਜ਼ ਜਸਟ ਲਾਈਕ ਦਿਸ. 네ਗੇਟਿਵ ਪਾਰਟ ਸਾਰਾ ਲੈਫਟ ਸਾਈਡ ਆ ਜਾਊਗਾ, ਪੋਜ਼ਿਟਿਵ ਪਾਰਟ ਜਿਹੜਾ Okay, अपन की किस तरह से dielectric slab लई that is placed between two plates, the positively charged and negatively charged. What will happen? External field is applied. So external field apply करने वाला होना की है negative part सारा left side shift हो जाएगा by attraction, positive part सारा right side shift होगा. So this becomes like this. So यदि negative इस तरफ आ गया, positive इस तरफ आ गया. सो वो पॉजिटिव टू नेगेटिव ਆਪਾਂ ਕਹਿੰਦੇ ਫੀਲਡ ਹੁੰਦੀ ਹੈ. ਸੋ ਅੰਦਰ ਉਹਦੇ ਇੱਕ ਨਵੀਂ ਇਲੈਕਟ੍ਰਿਕ ਫੀਲਡ ਜਨਰੇਟ ਹੋਗੀ that is generated due to which process? Polarization. So that's why its name is electric field due to polarization. So ਇਸ ਫੀਲਡ ਦੀ ਜਿਹੜੀ ਡਾਇਰੈਕਸ਼ਨ ਹੋਊਗੀ ਇਹ ਇਹਦੇ ਨਾਲ ਆਪੋਜ਼ਿਟ ਹੋਊਗੀ ਜੋ ਆਪਾਂ ਅਪਲਾਈ ਕੀਤੀ ਹੈ. ਹੁਣ ਇੱਕ ਬਾਹਰ ਫੀਲਡ ਹੈ, ਇੱਕ ਅੰਦਰ ਫੀਲਡ ਹੈ, ਦੋਨਾਂ ਦੀ ਡਾਇਰੈਕਸ਼ਨ ਆਪੋਜ਼ਿਟ ਹੈ. ਇਹਦੀ ਡਾਇਰੈਕਸ਼ਨ ਲੈਫਟ ਟੂ ਰਾਈਟ ਹੈ, ਇਹਦੀ ਡਾਇਰੈਕਸ਼ਨ ਰਾਈਟ ਟੂ ਲੈਫਟ ਹੈ. And also electric field is a vector quantity. So vectorially ਆਪਾਂ ਦੇਖਾਂਗੇ net electric field will be E vector. This is net. That is equals to total कितनी है? E naught minus इस to opposite ਜਿਹੜੀ generate हुई है EP. So this is the net or resultant electric field which is called reduction of electric field by polarization. So electric field reduce हो जाती है पहला नालों ਜਦੋਂ ਆਪਾਂ ਇਹਦੀ polarization ਕਰਦੇ. Dielectric constant ratio of mathematically we can write K is equals to E naught divided by E, that is equals to E naught divided by E नॉट माइनस E. तो ਆਪਾਂ ਇੱਥੇ ਟੌਪਿਕ ਕਲੋਜ਼ ਕਰਨ ਲੱਗੇ ਹਾਂ ਜੀ. ਕੱਲ ਇੱਥੋਂ ਹੀ ਦੁਬਾਰਾ ਸ਼ੁਰੂ ਕਰਾਂਗੇ.